नमस्कार, आपका स्वागत है हमारी इस खास पेशकश में और मैं हूं अनुपम पांडे आपके साथ। सबसे पहले बात करेंगे दिल्ली में बढ़ती प्रदूषण की समस्या की। दिल्ली वैसे तो प्रदूषण की समस्या से काफ़ी लंबे समय से जूझती नज़र आ रही है, लेकिन WHO की एक रिपोर्ट के मुताबिक भारत में ऐसे बहुत सारे शहर हैं जो प्रदूषण के मामले में दुनिया के बाकी शहरों को पीछे छोड़ देते हैं, पर दिल्ली इनमें टॉप पर है। ਭਾਰਤ ਦੀ ਰਾਜਧਾਨੀ ਦਿੱਲੀ ਜਿਸ ਤਰ੍ਹਾਂ ਦੇ ਨਾਲ ਪ੍ਰਦੂਸ਼ਣ ਦੇ ਨਾਲ ਜੂਝ ਰਹੀ ਹੈ, ਠੀਕ ਉਸੇ ਤਰ੍ਹਾਂ ਚੀਨ ਦੀ ਰਾਜਧਾਨੀ ਬੀਜਿੰਗ ਦੇ ਵਿੱਚ ਵੀ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਦੇ ਵਿੱਚ ਵਧਦੇ ਪ੍ਰਦੂਸ਼ਣ ਤੇ ਸੂਬਾ ਸਰਕਾਰ ਦੇ ਨਵੇਂ ਓਡ ਤੇ ਈਵਨ ਨੰਬਰ ਦੇ ਫਾਰਮੂਲੇ ਤੇ ਚਾਹੇ ਤੁਹਾਨੂੰ ਹੈਰਾਨੀ ਹੋ ਰਹੀ ਹੋਏ, ਪਰ ਹਕੀਕਤ ਇਹ ਹੈ ਕਿ ਚੀਨ ਦੀ ਰਾਜਧਾਨੀ ਬੀਜਿੰਗ ਦੇ ਵਿੱਚ ਭਾਵੇਂ ਕਿ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ, ਪਰ ਦਿੱਲੀ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਇਸ ਤੋਂ ਵੀ ਅੱਗੇ ਹੈ। ਜੀ ਹਾਂ, ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਕਿ WHO ਦੇ ਵੱਲੋਂ ਜਾਰੀ ਕੀਤੀ ਗਈ ਇੱਕ ਲਿਸਟ ਤਾਂ ਘੱਟੋ-ਘੱਟ ਇਹੀ ਕਹਿੰਦੀ ਹੈ। ਇਸ ਲਿਸਟ ਦੇ ਮੁਤਾਬਿਕ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਭਾਰਤ ਦੇ ਵਿੱਚ ਹੀ ਨੇ। ਦਿੱਲੀ ਇਸ ਲਿਸਟ ਦੇ ਵਿੱਚ ਟੌਪ ਤੇ ਹੈ। ਇਸ ਲਿਸਟ ਨੂੰ ਸਾਲ 2014 ਦੇ ਵਿੱਚ ਤਿਆਰ ਕੀਤਾ ਗਿਆ ਸੀ। ਇਸ ਲਿਸਟ ਦੇ ਵਿੱਚ ਦੁਨੀਆ ਦੇ 91 ਦੇਸ਼ਾਂ ਦੇ ਵਾਯੂ ਪ੍ਰਦੂਸ਼ਣ ਤੇ ਅਧਿਐਨ ਕੀਤਾ ਗਿਆ ਸੀ। ਉੱਥੇ ਹੀ ਦਿੱਲੀ ਦੀ ਹਵਾ ਦੇ ਵਿੱਚ ਵੀ ਮੌਜੂਦ ਖਤਰਨਾਕ ਮਾਈਕਰੋਸਕੋਪਿਕ ਤੱਤਾਂ ਦਾ ਪੱਧਰ ਵੀ 153 ਤੱਕ ਹੈ। WHO ਦੀ ਇਸ ਲਿਸਟ ਦੇ ਵਿੱਚ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਭਾਰਤ ਦੇ ਵਿੱਚ ਨੇ। दिल्ली में बढ़ते प्रदूषण के मामले को लेकर सुप्रीम कोर्ट, NGT और हाई कोर्ट के बड़े बड़े जज दिल्ली सरकार और केंद्र सरकार को कई बार फटकार लगा चुके हैं। इन फटकारों के सिलसिले के बाद केजरीवाल सरकार इवन और ऑड के फॉर्मूले को लेकर आती है, जिसे 1 जनवरी 2016 से लागू कर दिया जाएगा। इस फॉर्मूले के तहत इवन तारीख वाले दिन इवन नंबर की गाड़ियां और ऑड तारीख वाले दिन ऑड नंबर की ही गाड़ियां दिल्ली की सड़कों पर उतर सकेंगी। वहीं रविवार के दिन इस फॉर्मूले से जनता को छूट दी गई है। ਦਿੱਲੀ ਦੇ ਵੱਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੇ ਲਈ ਕੇਜਰੀਵਾਲ ਸਰਕਾਰ ਨੇ ਇੱਕ ਫੈਸਲਾ ਲਿਆ ਹੈ। ਹੁਣ ਦਿੱਲੀ ਦੀ ਸੜਕਾਂ ਤੇ ਗੱਡੀਆਂ ਦੀ ਗਿਣਤੀ ਘੱਟ ਕਰਨ ਦੇ ਲਈ 1 ਜਨਵਰੀ ਤੋਂ ਈਵਨ ਤੇ ਆਡ ਨੰਬਰ ਦੇ ਮੁਤਾਬਿਕ ਗੱਡੀਆਂ ਚੱਲਣਗੀਆਂ। ਫੈਸਲਾ ਲਾਗੂ ਹੋਣ ਤੇ ਦਿੱਲੀ ਦੀ ਸੜਕਾਂ ਤੇ ਗੱਡੀਆਂ ਦਾ ਦਬਾਅ ਘੱਟ ਹੋਏਗਾ ਤੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੇ ਵਿੱਚ ਮਦਦ ਮਿਲੇਗੀ। ਹਾਲਾਂਕਿ ਦਿੱਲੀ ਪੁਲਿਸ ਕਮਿਸ਼ਨਰ BS ਪਸੀ ਨੇ ਇਸ ਫੈਸਲੇ ਨੂੰ ਲਾਗੂ ਕਰਨਾ ਖਾਸਾ ਮੁਸ਼ਕਿਲ ਦੱਸਿਆ ਹੈ। ਸਰਕਾਰ ਨੇ ਦਿੱਲੀ ਦੀ ਸੜਕਾਂ ਤੇ ਤਕਰੀਬਨ 50% ਵਾਹਨਾਂ ਨੂੰ ਘੱਟ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਬਦਰਪੁਰ ਇਲਾਕੇ ਵਿੱਚ ਸਥਿਤ ਇੱਕ ਥਰਮਲ ਪਾਵਰ ਪਲਾਂਟ ਦੀ ਇਕਾਈ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਹੈ। ਦੱਸਣਾ ਚਾਹਾਂਗੇ ਕਿ ਪ੍ਰਦੂਸ਼ਣ ਤੇ ਚਿੰਤਾ ਜਤਾਉਂਦਿਆਂ ਹੋਇਆਂ ਬੀਤੇ ਦਿਨੀ ਹਾਈ ਕੋਰਟ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚ ਰਹਿਣਾ ਗੈਸ ਚੈਂਬਰ ਦੇ ਵਿੱਚ ਰਹਿਣ ਵਰਗਾ ਹੈ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਕਰੜੇ ਰੁਖ ਤੋਂ ਬਾਅਦ ਦਿੱਲੀ ਸਰਕਾਰ ਨੇ ਇੱਕ ਬੈਠਕ ਬੁਲਾਈ ਸੀ, ਜਿਸ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਸ਼ਹਿਰ ਦੇ ਵਿੱਚ ਹੁਣ ਵੱਖ-ਵੱਖ ਦਿਨ ਦੇ ਹਿਸਾਬ ਦੇ ਨਾਲ ਆਡ ਤੇ ਈਵਨ ਨੰਬਰ ਦੀ ਗੱਡੀਆਂ ਚੱਲਣਗੀਆਂ। ਹਾਲਾਂਕਿ ਪਹਿਲ 2 ਪਹੀਆ ਵਾਹਨ ਵੀ ਇਸ ਲੜੀ ਦੇ ਵਿੱਚ ਸ਼ਾਮਿਲ ਸਨ, ਪਰ ਹੁਣ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਐਤਵਾਰ ਨੂੰ ਵੀ ਇਹ ਕਾਨੂੰਨ ਲਾਗੂ ਨਾ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਪੂਰੇ ਅਮਲ ਨੂੰ 1 ਜਨਵਰੀ ਤੋਂ ਲਾਗੂ ਕੀਤਾ ਜਾਣਾ ਹੈ ਤੇ ਇਸ ਦੇ ਲੇਆਊਟ ਮੁਤਾਬਿਕ 1 ਜਨਵਰੀ ਤੋਂ 15 ਜਨਵਰੀ ਤੱਕ ਇਸ ਫਾਰਮੂਲੇ ਦਾ ਪਹਿਲਾ ਫੇਜ਼ ਲਾਗੂ ਹੋਏਗਾ ਤੇ ਇਹ ਫੇਜ਼ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਲਾਗੂ ਹੋਏਗਾ। ਫਿਲਹਾਲ ਹਾਲੇ ਇਸ ਦੇ ਵਿੱਚ ਬਹੁਤ ਕੁਝ ਹੋਣਾ ਬਾਕੀ ਹੈ, ਜੋ ਕਿ ਆਉਂਦੇ ਸਮੇਂ ਦੇ ਨਾਲ ਹੀ ਸਾਫ਼ ਹੋ ਸਕੇਗਾ। ਤੁਹਾਡੀ ਗੱਡੀ ਦਾ ਨੰਬਰ ਜੇਕਰ 13579 ਤੋਂ ਸ਼ੁਰੂ ਹੁੰਦਾ ਹੈ ਤਾਂ ਇਹ ਆਡ ਨੰਬਰ ਹੋਏਗਾ। ਇਸ ਨੰਬਰ ਦੀ ਗੱਡੀਆਂ ਮਹੀਨੇ ਦੇ ਵਿੱਚ 15 ਦਿਨ ਜਾਂ ਫਿਰ ਆਲਟਰਨੇਟ ਡੇ ਤੇ ਚੱਲਣਗੀਆਂ। ਜੇਕਰ ਤੁਹਾਡੀ ਗੱਡੀ ਦਾ ਨੰਬਰ 24680 ਹੈ ਤਾਂ ਇਹ ਈਵਨ ਗੱਡੀ ਹੈ, यानी इस दिन ऑड नंबर की गड्डी नहीं चलेगी, यानी जिस दिन ऑड नंबर की गड्डी नहीं चलेगी उस दिन इवन नंबर की गड्डी चलेगी। इस फॉर्मूले की खास बात यह है कि इसमें VIPs नंबर और महिलाओं को छूट दी गई है। वहीं नियम की उल्लंघना करने वाले को 2000 रुपये तक का भारी जुर्माना भी देना होगा। लेकिन केजरीवाल इस बात को पहले ही मान चुके हैं कि दिल्ली की लाचार पब्लिक ट्रांसपोर्ट सिस्टम दिल्ली वासियों का भार पूरी तरीके से नहीं उठा सकता। ऐसे में यह फॉर्मूला कितने दिन तक चलेगा, ये एक खुद बड़ा सवाल बना हुआ है। 14 फरवरी 2015 दिल्ली का वो ऐतिहासिक दिन जब दिल्ली में एक बार फिर से आम आदमी पार्टी की सरकार बनी थी। दिन ऐतिहासिक इसलिए भी था क्योंकि विधानसभा के चुनाव में ऐसा पहली बार हुआ था जब किसी पार्टी को इतना बड़ा जनता का बहुमत मिला हो। दिल्ली के इसी रामलीला मैदान से केजरीवाल और उनकी टीम ने दिल्ली में जन लोकपाल बिल को पास कराकर और दिल्ली की छवि को बदलने की शपथ ली थी।
इस पूरे शपथ समारोह के दौरान एक बात जो खास रही वो ये कि किसी भी सिख नेता को केजरीवाल कैबिनेट में कोई भी जगह नहीं दी गई। सत्ता ਦੇ ਸਿਖਰ ਤੇ ਕਾਬਜ ਹੋਣ ਵਾਲੇ ਅਰਵਿੰਦ ਕੇਜਰੀਵਾਲ ਦੀ ਸਾਲ 2015 ਦੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰ ਬਣੀ। ਕੁਝ ਹੀ ਸਮਾਂ ਪਹਿਲਾਂ ਜਨ ਲੋਕਪਾਲ ਦੇ ਮੁੱਦੇ ਤੇ ਆਪਣੀ ਸਰਕਾਰ ਨੂੰ ਖੁਦ ਹੀ ਘੇਰਨ ਵਾਲੇ ਕੇਜਰੀਵਾਲ ਨੂੰ ਵੀ ਇਹ ਪਤਾ ਨਹੀਂ ਸੀ ਕਿ ਆਉਣ ਵਾਲਾ ਵਕਤ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਦਰਜ ਕਰਾ ਦੇਵੇਗਾ ਅਤੇ 70 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਉਹਨਾਂ ਦੀ ਪਾਰਟੀ 67 ਸੀਟਾਂ ਤੇ ਜਿੱਤ ਹਾਸਲ ਕਰੇਗੀ। ਭਾਰਤੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਪਾਰਟੀ ਨੂੰ ਜਨਤਾ ਦਾ ਇੰਨਾ ਵੱਡਾ ਬਹੁਮਤ ਮਿਲਿਆ ਸੀ। ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕੇਜਰੀਵਾਲ ਇੱਕ ਵਾਰ ਫਿਰ ਤੋਂ ਆਪਣੇ ਜਿੱਤੇ ਹੋਏ ਵਿਧਾਇਕਾਂ ਦੇ ਨਾਲ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚੇ ਅਤੇ ਦਿੱਲੀ ਦੀ ਤਸਵੀਰ ਨੂੰ ਸਾਫ਼ ਰਾਜਨੀਤੀ ਨਾਲ ਬਦਲਣ ਦੀ ਕਸਮ ਖਾਧੀ। पिछली बार सरकार बनाने के पहले हमारे अंदर जज्बा था, जुनून था, रोमांटिसिज्म था, पागलपन था कि इस देश से भ्रष्टाचार दूर करके रहेंगे। लेकिन 49 दिन की सरकार चलाने के बाद आज हमारे अंदर कॉन्फिडेंस है कि 5 साल के अंदर दिल्ली से भ्रष्टाचार खत्म करके दिखा देंगे। ਅੰਨਾ ਦਾ ਅੰਦੋਲਨ ਅਤੇ ਦਾਮਰੀ ਕਾਂਡ ਦੇ ਦੌਰਾਨ ਸਭ ਤੋਂ ਵੱਧ ਐਕਟਿਵ ਰਹਿਣ ਵਾਲੇ ਨੇਤਾ ਅਰਵਿੰਦ ਕੇਜਰੀਵਾਲ ਦੇ ਇਸ ਵਾਰ ਤੇਵਰ ਕੁਝ ਵੱਖਰੇ ਹੀ ਸਨ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਪਿਛਲੀ ਵਾਰ ਦੀ ਗਲਤੀ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਅਤੇ ਸ਼ਾਇਦ ਇਸ ਲਈ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਉਹ ਪ੍ਰਦਰਸ਼ਨ ਕਰਦੇ ਸੜਕਾਂ ਤੇ ਘੱਟ ਅਤੇ ਆਪਣੇ ਦਫ਼ਤਰ ਦੇ ਵਿੱਚ ਜ਼ਿਆਦਾ ਨਜ਼ਰ ਆਏ। ਪੂਰਾ ਸਾਲ ਦਿੱਲੀ ਦੇ ਵਿੱਚ ਕੇਜਰੀਵਾਲ ਬਨਾਮ ਕੇਂਦਰ ਦੀ ਲੜਾਈ ਚੱਲਦੀ ਰਹੀ। ਇਸ ਦੀ ਵੱਡੀ ਵਜ੍ਹਾ ਇਹ ਵੀ ਰਹੀ ਕਿ ਮੋਦੀ ਦੇ ਵਿਜੇ ਰੱਥ ਨੂੰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਰੋਕ ਦਿੱਤਾ ਸੀ। ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਕਈ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿੱਚ ਆਪਣੀ ਥਾਂ ਬਣਾਈ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਜਨ ਲੋਕਪਾਲ ਬਿੱਲ, ਬਿਜਲੀ ਅਤੇ ਪਾਣੀ ਦੇ ਬਿੱਲ ਨੂੰ ਘੱਟ ਕਰਨਾ, ਨੌਜਵਾਨਾਂ ਦੇ ਲਈ ਬਿਹਤਰ ਸਿੱਖਿਆ ਵਿਵਸਥਾ, ਦਿੱਲੀ ਦੇ ਵਿੱਚ ਫ੍ਰੀ ਵਾਈਫਾਈ ਅਤੇ ਔਰਤਾਂ ਦੀ ਸੁਰੱਖਿਆ ਵਰਗੇ ਮੁੱਦੇ ਸ਼ਾਮਲ ਨੇ। ਪਰ ਲਗਭਗ 1 ਸਾਲ ਹੋ ਜਾਣ ਦੇ ਬਾਵਜੂਦ ਹਾਲੇ ਤੱਕ ਇਹ ਵਾਅਦਿਆਂ ਦੀ ਲੜੀ ਜਾਂ ਤਾਂ ਸਿਰਫ ਇਸ਼ਤਿਹਾਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਜਾਂ ਫਿਰ ਸਰਕਾਰ ਦੇ ਮੈਨੀਫੈਸਟੋ ਦੇ ਵਿੱਚ। ਅਜਿਹੇ ਦੇ ਵਿੱਚ ਨਵੇਂ ਸਾਲ ਦੇ ਆਗਾਜ਼ ਦੇ ਨਾਲ ਹੀ DDCA ਦਾ ਮੁੱਦਾ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਛਿੜੀ ਹੋਈ ਲੜਾਈ ਦੇ ਵਿੱਚ ਅੱਗ 'ਚ ਘਿਓ ਪਾਉਣ ਦਾ ਕੰਮ ਕਰ ਚੁੱਕਾ ਹੈ। राजनीति के मैदान में यह साल केजरीवाल के नाम रहा। फिर चाहे बात मुद्दे को लेकर हो या टकरार की, केजरीवाल अक्सर ही सुर्खियों में बने रहे। लेकिन एक जो खास बात देखने को मिली वो ये कि मोदी का विजय रथ दिल्ली में रोकने वाले नेता अरविंद केजरीवाल ही थे और शायद यही वजह थी कि पूरे साल दिल्ली में यह लड़ाई केजरीवाल वर्सेस केंद्र सरकार के बीच रही। फिलहाल वक्त हो चला है छोटे से ब्रेक का। ब्रेक के उस पार मेरे सहयोगी हरप्रीत सिंह बताएंगे संसद में कौन कौन से बिल चढ़े, हंगामे की भेंट। संसद का शीतकालीन सत्र मानसून सत्र वांगा ही बर्बाद हो गया। जी हाँ, विपक्षी तरह के नकारात्मक रवैये करके एक बार फिर तो संसद का एक पूरा सैशन हंगामे की भेंट चढ़ गया। हर दिन नवा बहाना, हर दिन नवा विवाद ते हर दिन नवी कहानी, चाहे वो नेशनल हेरल्ड ਨੂੰ ਲੈ ਕੇ ਰਹੀ ਹੋਵੇ ਜਾਂ DDCA ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼। ਜਿਸ ਤਰੀਕੇ ਦਾ ਰਵੱਈਆ ਵਿਪਕਸ਼ ਦਾ ਰਿਹਾ ਇਸ ਪੂਰੇ ਸੰਸਦ ਸੱਤਰ ਦੇ ਦੌਰਾਨ, ਉਹ ਸਭ ਤੋਂ ਅਹਿਮ ਚੀਜ਼ ਇਹ ਰਹੀ ਕਿ ਜਿਹੜੇ ਅਹਿਮ ਬਿੱਲ ਸਨ ਜਿਨ੍ਹਾਂ ਨੂੰ ਇਸ ਵਾਰੀ ਸੱਤਰ 'ਚੋਂ ਪਾਸ ਹੋਣਾ ਸੀ ਉਹ ਪਾਸ ਨਹੀਂ ਹੋ ਸਕੇ। ਜਿਨ੍ਹਾਂ 'ਚੋਂ ਸਭ ਤੋਂ ਅਹਿਮ ਬਿੱਲ ਸੀ GST। ਜੀ ਹਾਂ, ਉਹ GST ਜਿਹਦੇ ਨਾਲ ਸਰਕਾਰ ਨੂੰ ਲਗਭਗ 2 ਲੱਖ ਕਰੋੜ ਦੀ ਆਮਦਨ ਹੁੰਦੀ ਤੇ ਦੇਸ਼ ਤਰੱਕੀ ਕਰਦਾ। संसद का सैशन खत्म, ਜਾਂ तमाशा, जनता ਦੇ ਪੈਸੇ बर्बाद। राज्यसभा सैक्रेटेरीएट ਦੇ ਵੱਲੋਂ ਜਾਰੀ ਆંકੜਿਆਂ ਦੇ ਮੁਤਾबिक ਸਰਦਰੁੱਤ ਇਜਲਾਸ ਵਿੱਚ ਸਦਨ ਦੀ ਕਾਰਵਾਈ ਹੰਗਾਮੇ ਦੀ ਵਜ੍ਹਾ ਕਰਕੇ 47 ਘੰਟੇ ਤੋਂ ਵੱਧ ਸਮੇਂ ਬਰਬਾਦ ਹੋ ਗਈ, ਜਦਕਿ ਲੋਕ ਸਭਾ ਵਿੱਚ 8 ਘੰਟੇ 37 ਮਿੰਟ ਰਾਜਨੀਤਿਕ ਹੰਗਾਮੇ ਦੀ ਵਜ੍ਹਾ ਕਰਕੇ ਕੰਮ ਨਹੀਂ ਹੋ ਸਕਿਆ। ਦਰਅਸਲ ਮੌਨਸੂਨ ਸੈਸ਼ਨ ਦੇ ਬਾਅਦ ਇਹ ਲਗਾਤਾਰ ਦੂਜਾ ਸੈਸ਼ਨ ਹੈ ਜਿਸ ਵਿੱਚ ਰਾਜ ਸਭਾ ਵਿੱਚ GST ਸਣੇ ਕਈ ਅਹਿਮ ਬਿੱਲ ਅਟਕੇ ਰਹੇ ਤੇ ਸਦਨ ਦਾ ਕਾਫੀ ਸਮਾਂ ਹੰਗਾਮੇ ਦੀ ਵਜ੍ਹਾ ਕਰਕੇ ਬਰਬਾਦ ਹੋ ਗਿਆ। सदन का सरदरुत इजलास खत्म हो चुका है। It is an assault on the Constitution। चुना हुआ सरकार को असंवैधानिक और प्रजातांत्रिक तरीके से गिराने का साजिश
केंद्र सरकार ने किया है। जनता ਦੇ ਕਰੋੜਾਂ ਰੁਪਏ ਸੰਸਦ ਸੈਸ਼ਨ ਚਲਾਉਣ ਦੇ ਵਿੱਚ ਲੱਗਦੇ ਨੇ, ਪਰ ਜਨਤਾ ਦੀ ਭਲਾਈ ਦੇ ਲਈ ਕਾਨੂੰਨ ਪਾਸ ਨਹੀਂ ਹੋ ਸਕੇ। ਦੇਸ਼ ਦਾ ਵਿਕਾਸ ਰਾਜਨੀਤੀ ਦੀ ਵਜ੍ਹਾ ਦੇ ਨਾਲ ਰੁਕਿਆ ਹੋਇਆ ਹੈ। ਲੋਕ ਸਭਾ ਵਿੱਚ ਰਾਜ ਸਭਾ ਦੇ ਮੁਕਾਬਲੇ ਚੰਗਾ ਕੰਮ ਹੋਇਆ। ਇਸ ਸੈਸ਼ਨ ਵਿੱਚ 13 ਬਿੱਲ ਪਾਸ ਕੀਤੇ ਗਏ, ਜਦਕਿ ਸਰਕਾਰ ਨੇ 9 ਨਏ ਬਿੱਲ ਸਦਨ ਵਿੱਚ ਪੇਸ਼ ਕੀਤੇ। ਪਰ ਸਰਕਾਰ ਦੇ ਸਾਹਮਣੇ ਮੁਸ਼ਕਿਲ ਇਹ ਰਹੀ ਕਿ ਵਿਰੋਧੀ ਧਿਰ ਦੇ ਵਿਰੋਧ ਦੀ ਵਜ੍ਹਾ ਕਰਕੇ ਇਸ ਸੈਸ਼ਨ ਵਿੱਚ ਉਸਦੇ ਕਈ ਅਹਿਮ ਬਿੱਲ ਰਾਜਨੀਤਿਕ ਵਿਰੋਧ ਤੇ ਰਾਜਨੀਤਿਕ ਸਹਿਮਤੀ ਨਾ ਬਣ ਪਾਉਣ ਦੇ ਕਾਰਨ ਅਟਕੇ ਰਹਿ ਗਏ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਬਜਟ ਸੈਸ਼ਨ ਦੇ ਦੌਰਾਨ ਸਦਨ ਦੇ ਕੰਮਕਾਜ ਨੂੰ ਅੱਗੇ ਵਧਾਉਣ ਦੇ ਵਿੱਚ ਕਿੰਨੀ ਕਾਮਯਾਬ ਹੋ ਪਾਉਂਦੀ ਹੈ। ਨੈਸ਼ਨਲ ਹੈਰਲਡ ਦੇ ਮੁੱਦੇ ਨੂੰ ਲੈ ਕੇ ਚਾਹੇ ਇਸ ਵਾਰ ਸੰਸਦ ਦਾ ਇਹ ਸਤਰ ਹੰਗਾਮੇ ਦੀ ਭੇਟ ਚੜ ਗਿਆ ਹੋਵੇ, ਲੇਕਿਨ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਰਾਹਤ ਦੀ ਖਬਰ ਇਹ ਰਹੀ ਕਿ ਇਸ ਵਾਰ ਰਾਜ ਸਭਾ 'ਚ ਜੁਵੇਨਾਈਲ ਜਸਟਿਸ ਬਿੱਲ ਜੋ ਕਿ ਬਹੁਤ ਲੰਬੇ ਸਮੇਂ ਤੋਂ ਅਟਕਿਆ ਹੋਇਆ ਸੀ ਉਹ ਪਾਸ ਹੋ ਗਿਆ। ਹੁਣ ਇਹੋ ਹੀ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਤੇ ਵਿਪਕਸ਼ੀ ਧਿਰ ਆਪਸ 'ਚ ਮਿਲ ਕੇ ਕੰਮ ਕਰਨਗੇ, ਕਿਉਂਕਿ ਆਉਣ ਵਾਲੇ ਬਜਟ ਸਤਰ ਬਹੁਤ ਸਾਰੇ ਅਹਿਮ ਬਿੱਲ ਨੇ ਜੋ ਕਿ ਅਜੇ ਵੀ ਫਸੇ ਨੇ ਤੇ ਉਹਨਾਂ ਨੂੰ ਅੱਗੇ ਇਹ ਪਾਸ ਕਰਾਉਣ ਤੇ ਦੇਸ਼ ਦੀ ਤਰੱਕੀ 'ਚ ਹੋਰ ਯੋਗਦਾਨ ਕਰਨ। DDCA ਦੀ ਵਿੱਤੀ ਅਨਿਯਮਿਤਤਾਵਾਂ ਨੂੰ ਲੈ ਕੇ ਹੋਇਆ ਸੰਸਦ ਦੇ ਦੋਵੇਂ ਸਦਨਾਂ 'ਚ ਭਾਰੀ ਹੰਗਾਮਾ। ਜਿਸ ਤਰੀਕੇ ਨਾਲ ਕੇਜਰੀਵਾਲ ਸਰਕਾਰ ਦੇ ਇੱਕ ਅਫਸਰ ਦੇ ਖਿਲਾਫ CBI ਦੇ ਛਾਪੇ ਤੋਂ ਬਾਅਦ DDCA ਨੂੰ ਲੈ ਕੇ ਰੌਲਾ ਪਿਆ, ਉਹਦੇ ਵਿੱਚ ਇੱਕ ਚੀਜ਼ ਨਿਕਲ ਕੇ ਆਈ ਕਿ DDCA ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਉਸੇ ਨੂੰ ਲੈ ਕੇ ਸੰਸਦ ਦੇ ਸਦਨਾਂ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਤੇ ਸਾਰੇ ਵਿਪਕਸ਼ੀ ਧਿਰਾਂ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਉੱਥੇ ਸਰਕਾਰ ਆਪਣੇ ਚਹੇਤੇ ਮੰਤਰੀ ਦੇ ਬਚਾਅ ਦੇ ਵਿੱਚ ਵੀ ਸਾਫ਼ ਤੌਰ ਤੇ ਨਾਲ ਖੜੀ ਨਜ਼ਰ ਆਈ। ਦਿੱਲੀ ਸਰਕਾਰ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਰਾਜਿੰਦਰ ਕੁਮਾਰ ਦੇ ਦਫ਼ਤਰ ਤੇ ਹੋਈ CBI ਦੀ ਛਾਪੇਮਾਰੀ ਤੋਂ ਬਾਅਦ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਠਣ ਗਈ। ਦਿੱਲੀ ਸਰਕਾਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਤੇ ਭ੍ਰਿਸ਼ਟਾਚਾਰ ਦੇ ਆਰੋਪ ਲਾ ਰਹੀ ਹੈ ਤਾਂ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਆਪਣੇ ਅਧਿਕਾਰੀ ਦੇ ਭ੍ਰਿਸ਼ਟਾਚਾਰ ਦੇ ਖੁਲਾਸੇ ਤੇ ਤਿਲ ਮਿਲਾ ਗਈ ਹੈ, ਇਸ ਲਈ ਅਜਿਹਾ ਬਿਆਨ ਦੇ ਰਹੀ ਹੈ। ਇਸ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਆਪਣੇ ਉੱਤੇ ਲੱਗੇ ਸਾਰੇ ਆਰੋਪਾਂ ਤੇ ਸਫਾਈ ਦਿੰਦਿਆਂ ਕਿਹਾ ਕਿ ਅੱਜ ਤੱਕ ਮੇਰੇ ਜਨਤਕ ਜੀਵਨ ਤੇ ਕੋਈ ਉਂਗਲ ਨਹੀਂ ਚੁੱਕ ਸਕਿਆ। ਜਿਸ ਸਟੇਡੀਅਮ ਨੂੰ ਛੋਟਾ ਬਣਨਾ ਸੀ ਉਸ ਨੂੰ ਦਿੱਲੀ ਦੀ ਲੋੜ ਦੇ ਮੁਤਾਬਿਕ ਬਣਾਇਆ ਗਿਆ। ਦਿੱਲੀ ਵਿੱਚ ਗੈਰ ਸਰਕਾਰੀ ਸੰਸਾਧਨਾਂ ਤੋਂ ਬਣਿਆ ਇਕਮਾਤਰ ਵੱਡਾ ਸਟੇਡੀਅਮ ਇਹੀ ਹੈ। 15 ਦਸੰਬਰ ਨੂੰ ਦਿੱਲੀ ਸੈਕਟਰੀਏਟ ਵਿੱਚ CBI ਦੇ ਛਾਪੇ ਤੋਂ ਬਾਅਦ ਜੇਟਲੀ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਆ ਗਏ। DDCA ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਦਿੱਲੀ ਸੈਕਟਰੀਏਟ ਵਿੱਚ CBI ਦੇ ਛਾਪੇ ਤੇ ਚਰਚਾ ਅਤੇ ਜਾਂਚ ਆਯੋਗ ਦਾ ਗਠਨ ਕਰਨ ਦੇ ਲਈ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਸੈਕਟਰੀਏਟ ਦੇ ਛਾਪੇ ਤੋਂ ਬਾਅਦ ਹੀ ਕੇਂਦਰ ਸਰਕਾਰ ਨੂੰ ਘੇਰਨ ਦੇ ਵਿੱਚ ਲੱਗ ਗਈ। ਆਪ ਨੇ ਇਸ ਕੜੀ ਦੇ ਵਿੱਚ DDCA ਘੁਟਾਲੇ ਦੇ ਲਈ ਸਿੱਧੇ ਤੌਰ ਤੇ ਕੇਂਦਰੀ ਖਜ਼ਾਨਾ ਮੰਤਰੀ ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾ ਦਿੱਤੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੇਟਲੀ ਨੂੰ ਬਚਾਉਣ ਦਾ ਆਰੋਪ ਲਾਉਂਦਿਆਂ ਹੋਇਆਂ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ। DDCA ਵਿੱਚ ਭ੍ਰਿਸ਼ਟਾਚਾਰ ਦੇ ਖੁਲਾਸੇ ਦਾ ਦਾਅਵਾ ਕਰਦਿਆਂ ਹੋਇਆਂ ਭਾਜਪਾ ਸਾਂਸਦ ਅਤੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ DDCA ਨੇ ਕਈ ਫਰਜ਼ੀ ਕੰਪਨੀਆਂ ਤੋਂ ਕਰਾਰ ਕਰਕੇ ਕਰੋੜਾਂ ਰੁਪਏ ਦਿੱਤੇ। DDCA ਵਿਵਾਦ ਮਾਮਲੇ ਵਿੱਚ ਜੇਟਲੀ ਨੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ 6 ਆਗੂਆਂ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ। ਜੇਟਲੀ ਨੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਵੱਲੋਂ DDCA ਵਿੱਚ ਕਥਿਤ ਘੁਟਾਲੇ ਨੂੰ ਲੈ ਕੇ ਉਹਨਾਂ ਤੇ ਲਾਏ ਗਏ ਆਰੋਪਾਂ ਦੇ ਲਈ 10 ਕਰੋੜ ਰੁਪਏ ਹਰਜਾਨੇ ਦੇ ਤੌਰ ਤੇ ਮੁਕੱਦਮਾ ਠੋਕਿਆ। ਇਸ ਵਿਵਾਦ ਵਿੱਚ ਜੇਟਲੀ ਤੇ ਆਰੋਪ ਹੈ ਕਿ ਸਾਲ 2013 ਤੱਕ 13 ਸਾਲਾਂ ਦੇ ਵਿੱਚ ਜਦੋਂ ਜੇਟਲੀ DDCA ਦੇ ਪ੍ਰਧਾਨ ਰਹੇ ਤਾਂ ਵੱਡੇ ਪੱਧਰ ਤੇ ਵਿੱਤੀ ਗੜਬੜੀਆਂ ਹੋਈਆਂ। DDCA ਦੇ ਮੁੱਦੇ ਤੇ ਭਾਵੇਂ ਅਰੁਣ ਜੇਟਲੀ ਨਿਸ਼ਾਨਾ ਹੋਣ, ਪਰ ਉੱਥੇ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਰਾਜਿੰਦਰ ਪ੍ਰਸਾਦ ਬਹਾਨਾ ਹੈ, ਕੇਜਰੀਵਾਲ ਨਿਸ਼ਾਨਾ ਹੈ। ਇਹ ਲੜਾਈ ਸਿੱਧੇ ਤੌਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿੱਚ ਛਿੜ ਚੁੱਕੀ ਹੈ। ਹਾਲਾਂਕਿ ਜਿਸ ਤਰੀਕੇ ਦੀਆਂ ਰਿਪੋਰਟਸ ਅਜੇ ਤੱਕ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਅਰੁਣ ਜੇਟਲੀ ਦੇ ਖਿਲਾਫ ਕੋਈ ਵੀ ਠੋਸ ਸਬੂਤ ਸਾਹਮਣੇ ਨਹੀਂ ਆਇਆ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੇਰੀ ਸਹਿਯੋਗੀ ਗਗਨਦੀਪ ਤੁਹਾਨੂੰ ਦੱਸਣਗੇ ਦਿੱਲੀ ਸਰਕਾਰ ਦੀਆਂ ਕੁਝ ਅਹਿਮ ਖਬਰਾਂ। ਇਸ ਦੇ ਨਾਲ ਨਿਰਭਇਆ ਮਾਮਲੇ 'ਚ ਨਾਬਾਲਿਗ ਦੋਸ਼ੀ ਦੀ ਵਿਵਾਦਿਤ ਰਿਹਾਈ।
ब्रेक तो बाद साढ़े दर्शकों का एक बार फिर तो स्वागत है। सियासी मुद्दों तो इलावा होर भी बहुत सारे अजिहे मुद्दे रहे जो राजधानी दे विच सुर्खियां बनते रहे। ये मुद्दे सी जनता दे नाल जुड़े हुए, ये मुद्दे सी जनता दी आवाज़ दे नाल जुड़े हुए, उन्हां नूं मिलण वाले इंसाफ दे नाल जुड़े हुए। फिर भावें वो मामला निर्भया केस दे नाल जुड़े हुए वक्-वक् पहलुआं दा सी, या फिर जुवेनाइल नूं मिलदी रिहाई नूं लैके सी, या फिर पीड़ित परिवार की आवाज़ जो कि सड़कों तो लैके संसद तक गूंजी इस नूं लैके सी। सुप्रीम कोर्ट ने निर्भया गैंगरेप केस के दोषी नाबालिग की रिहाई के खिलाफ पिटीशन खारिज कर दी थी। पिटीशन दिल्ली वुमेन कमीशन ने दायर की थी। निर्भया दी मां ने सुप्रीम कोर्ट के फैसले ते कहा कि हुण उन्हां नूं इंसाफ कित्थों मिलेगा। सुप्रीम कोर्ट दी मामले दी सुनवाई दी जेकर गल करिए तां दसना चाहांगे कि गैंगरेप दे वेले ए दोषी नाबालिग सी, इसलिए 3 साल तक इसनूं जुवेनाइल करैक्शन होम दे विच रखण दी सज़ा सुनाई गई सी। यह सज़ा 20 दिसंबर नूं पूरी हो गई। जुवेनाइल दी रिहाई दी तारीख जिवें जिवें नेड़े आउंदी रही ਤਾਂ समाज के जागरूक लोगों ਦੀਆਂ चिंतावां भी वधियां गईयां। दिल्ली वुमेन कमीशन ने सुप्रीम कोर्ट दे विच स्पैशल लीव पिटीशन दायर की सी। पिटीशन दे विच सुप्रीम कोर्ट तो मंग की गई सी कि नाबालिग दोषी की रिहाई ते रोक लगाई जावे। इस तो पहला रेपिस्ट की रिहाई के खिलाफ भाजपा नेता सुब्रमण्यम स्वामी की अर्जी हाई कोर्ट पहला ही खारिज कर चुकिया सी। दिसंबर 2012 की वो सर्द रात किसी ने सोचा भी नहीं सी कि रात एक कहर बन के निकलेगी। बस की सवारी तूफान की सवारी बन जाएगी। वो तूफान जो एक मासूम नूं मौत की दहलीज तक पहुंचाएगा। आरोपियों दे विचों एक घटना दे वेले नाबालिग सी ते उसनूं 3 साल की सज़ा मिली। करैक्शन होम दे विच 3 साल बिताउण तो बाद उसनूं एतवार नूं रिहा कर दिता गया। खामोश हो चुकी धी दे मापिਆਂ ने लंबी लड़ाई लड़ी। जुवेनाइल रिहा हो गया ते खुद नूं हारे हुए महसूस किया। झंझोड़ के रख गए उस शब्द जदों कहा कि जुर्म जित गया, असी हार गए। इंतजार 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 सरकार भावें भाजपा दी रहे होए या फिर कांग्रेस दी, लेकिन 84 सिख कतलेआम के पीड़ितां नूं 31 साल बीत गए इंसाफ की मंग करते हुए। तारीख ते तारीख पैंदी रही पर पीड़ितां दा इंतजार खत्म नहीं होया। इस इंतजार दे विच 31 साल निकल गए कि कदों उन्हां दे पुरखां दे कातलां नूं सज़ा मिल पाएगी। दिल्ली दे विच एक होर मामला सुर्खियां रहा, जिस दे विच इंसाफ की मांग जोर फड़दी गई। 1984 सिख कतलेआम मामला, जिस दे विच पीड़ितां दे वल्लों अपना दर्द बार-बार सरकार तक, अदालत तक ते मददगारां तक पहुंचाया गया। सीबीआई लगातार दोषियों नूं क्लीन चिट दिंदी रही पर लड़ाई जारी रही। श्रोमणी अकाली दल ਅਤੇ DSGMC ਤੋਂ ਇਲਾਵਾ ਹੋਰ ਵੀ ਕਈ ਜਥੇਬੰਦੀਆਂ ਨੇ ਪੀੜਤਾਂ ਦੀ ਆਵਾਜ਼ ਹਰ ਜ਼ਹਿਰ ਤੱਕ ਪਹੁੰਚਾਈ। 1984 ਦਾ ਦਰਦ ਭਾਰਤ ਦੇ ਲੋਕਤੰਤਰ ਤੇ ਉਹ ਤੱਬਾ ਜਿਸ ਨੂੰ ਨਾ ਰਾਜਨੀਤੀ ਤੋਂ ਪਾਈ, ਨਾ ਕਾਨੂੰਨ ਤੇ ਨਾ ਹੀ ਸਰਕਾਰ। ਦੇਸ਼ ਭਰ ਦੇ ਵਿੱਚ 8000 ਤੋਂ ਵੀ ਜ਼ਿਆਦਾ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਸਭ ਤੋਂ ਭਿਆਨਕ ਤਸਵੀਰ ਦਿੱਲੀ ਦੀ ਰਹੀ ਜਿੱਥੇ ਮੁਹੱਲੇ ਦੇ ਮੁਹੱਲੇ ਵੀਰਾਨ ਹੋ ਗਏ। ਪੀੜਤਾਂ ਦੇ ਵੱਲੋਂ ਲੰਬੀ ਲੜਾਈ ਲੜੀ ਗਈ, ਲੇਕਿਨ CBI ਦੇ ਵੱਲੋਂ ਮੁਲਜ਼ਮਾਂ ਨੂੰ ਹਰ ਵਾਰ ਕਲੀਨ ਚਿਟ ਦੇ ਦਿੱਤੀ ਗਈ। अदालत विच लंबी लड़ाई होंदी रही पर CBI दोषी नूं क्लीन चिट दिंदी रही। पर आखिरकार पीड़ितां नूं इंसाफ की उम्मीद एक बार फिर तो बची जब अदालत में नवंबर 2015 अदालत ने CBI की क्लोजर रिपोर्ट नूं मन्नण तो इनकार कर दिता, जिस दे विच टाइटलर नूं क्लीन चिट दित्ती गई सी। अदालत ने CBI तो मामले की जांच जारी रखने का निर्देश देंदे हुए कहा हथियारां दे व्यापारी अभिषेक वर्मा दे द्वारा दिते गए तथ्यां की जांच की जाए। वर्मा का उल्लेख समापन रिपोर्ट दे गवाह दे रूप विच कीता गया। दर्द वधदा गया, इंसाफ दे लई आवाज़ां बुलंद हुंदियां गईयां। संविधान दे विच जिउण दा हक अनुच्छेदां ते धरावां दे विच उलझ के मरदा रहा ते CBI दोषियों नूं लगातार क्लीन चिट दिंदी रही। पर पीड़ितां नूं इंसाफ की उम्मीद उदों बची जदों अदालत ने CBI की क्लीन चिट नूं खारिज कर दिता ते निर्देश दिता कि टाइटलर के खिलाफ जांच जारी रहेगी। कहते हैं कि जो इंसान का वक्त बदलता है तो उसनूं अर्श तो फर्श तक ते फर्श तो अर्श तक पहुँचते टाइम नहीं लगता। दिल्ली के साबका कानून मंत्री सोमनाथ भारती और जतेंद्र सिंह तोमर का मामला भी खासा सुर्खियां दे विच रहा। दिल्ली के साबका कानून मंत्री सोमनाथ भारती भी विवादां च आए जदों उन्हां दी पत्नी ने
ਉਹਨਾਂ ਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਾਏ। ਸੋਮਨਾਥ ਭਾਰਤੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਿਆ ਆਪਣੀ ਪਤਨੀ ਨੂੰ ਕੁੱਟਮਾਰ ਕਰਨ ਦਾ ਤੇ ਬੁਰੀ ਤਰ੍ਹਾਂ ਦੇ ਨਾਲ ਤਸ਼ੱਦਦ ਬਣਾਉਣ ਦਾ। ਹਾਲਾਂਕਿ ਮਾਮਲਾ ਘਰੇਲੂ ਹਿੰਸਾ ਦਾ ਸੀ, ਪਰ ਖਾਸਾ ਲਾਈਮਲਾਈਟ ਦੇ ਵਿੱਚ ਰਿਹਾ ਤੇ ਅਦਾਲਤ ਦੇ ਵਿੱਚ ਇਹ ਮਾਮਲਾ ਜਾਣ ਕਰਕੇ ਖਾਸੀਆਂ ਸੁਰਖੀਆਂ ਵੀ ਬਟੋਰਦਾ ਰਿਹਾ। ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਜੋ ਹਮੇਸ਼ਾ ਦਿੱਲੀ ਨੂੰ ਆਸ਼ੀਰਵਾਦ ਦਿੰਦੇ ਰਹੇ, ਲੇਕਿਨ ਇੱਕ ਦਿਨ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਉਹਨਾਂ ਨੂੰ ਹੋਣਾ ਪਿਆ। ਸਿਆਹੀ, ਗਲੇ ਹੋਏ ਟਮਾਟਰ ਤੇ ਅੰਡੇ ਸਹਿਣੇ ਪਏ। ਫਿਰ ਮਾਮਲਾ ਆਇਆ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਦਾ। ਸਾਬਕਾ ਕਾਨੂੰਨ ਮੰਤਰੀ ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ। ਦਿੱਲੀ ਦੇ ਵਿੱਚ ਇੱਕ ਇੰਸਟੀਚਿਊਟ ਤੇ ਫਰਜ਼ੀ ਡਿਗਰੀ ਵੇਚਣ ਦਾ ਸ਼ੱਕ ਵੀ ਜ਼ਾਹਿਰ ਹੋਇਆ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਛਾਪੇਮਾਰੀ ਵੀ ਕਰਨੀ ਸ਼ੁਰੂ ਕਰ ਦਿੱਤੀ। ਸਵਾਲ ਉੱਠ ਖੜੇ ਹੋਏ ਕਿ ਕੀ ਕਾਨੂੰਨ ਮੰਤਰੀ ਨੇ ਆਪਣੇ ਕਾਨੂੰਨ ਦੀ ਡਿਗਰੀ 2,60,000 ਰੁਪਏ ਦੇ ਵਿੱਚ ਖਰੀਦੀ। ਤੋਮਰ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਰਹੇ। ਤੋਮਰ ਨੇ ਸੈਂਟਰ ਸਰਕਾਰ ਤੇ ਆਪਣੇ ਤੇ ਲੱਗੇ ਇਲਜ਼ਾਮਾਂ ਦੇ ਲਈ ਸਾਰਾ ਠੀਕਰਾ ਫੋੜ ਦਿੱਤਾ। ਤੋਮਰ ਨੇ ਕਿਹਾ ਹੈ ਕਿ ਕਿਸੇ ਸਾਜ਼ਿਸ਼ ਦੇ ਤਹਿਤ ਹੀ ਉਹਨਾਂ ਨੂੰ ਇਲਜ਼ਾਮਾਂ ਦੀ ਘੇਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ, ਪਰ ਅਗਲੇ ਹੀ ਕੁਝ ਘੰਟਿਆਂ ਦੇ ਵਿੱਚ ਬਿਆਨਾਂ ਦੀ ਹਵਾ ਨਿਕਲ ਗਈ। ਦਿੱਲੀ ਪੁਲਿਸ ਪਿੱਛੇ ਹੀ ਲੱਗੀ ਰਹੀ, ਪਰ ਕੇਜਰੀਵਾਲ ਕਿਤੇ ਨਾ ਕਿਤੇ ਜਤਿੰਦਰ ਤੋਮਰ ਦਾ ਬਚਾਅ ਕਰਦੇ ਹੋਏ ਨਜ਼ਰ ਆਏ। ਦਿੱਲੀ ਪੁਲਿਸ ਥਾਂ-ਥਾਂ ਤੇ ਦਬਿਸ਼ ਦਿੰਦੀ ਰਹੀ, ਪਰ ਤੋਮਰ ਆਪਣੀਆਂ ਕਰਤੂਤਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਰੋਜ਼ ਨਵੇਂ ਖੁਲਾਸੇ ਹੁੰਦੇ ਰਹੇ। ਮੁੱਦਾ ਚਾਹੇ ਵਿਮਨ ਸਿਕਿਉਰਿਟੀ ਦਾ ਸੀ ਜਾਂ ਫਿਰ ਦਿੱਲੀ ਦੇ ਵਿਕਾਸ ਨੂੰ ਲੈ ਕੇ, ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਇੱਕ ਦੂਸਰੇ ਨੂੰ तमाम ਮੁੱਦਿਆਂ ਤੇ ਘੇਰਦੀ ਹੋਈ ਨਜ਼ਰ ਆਈ ਤੇ ਇਸ ਘੇਰਨ ਦੀ ਨੀਤੀ ਦੇ ਵਿੱਚ ਇੱਕ ਹੋਰ ਤਰੀਕਾ ਵੀ ਲੱਭਿਆ ਗਿਆ, ਉਹ ਸੀ ਵਿਗਿਆਪਨ ਵਾਰ ਦਾ। ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੇ ਦਰਮਿਆਨ ਵਿਗਿਆਪਨ ਵਾਰ ਵੀ ਚੱਲਿਆ। ਇੱਕ ਦੂਜੇ ਤੇ ਤੰਜ ਕੱਸਦੇ ਹੋਏ ਵਿਗਿਆਪਨ ਸ਼ਰੇਆਮ ਸੜਕਾਂ ਤੇ ਦਿਖਾਈ ਦਿੰਦੇ ਰਹੇ ਤੇ ਆਪੋ ਆਪਣੇ ਵਿਗਿਆਪਨਾਂ ਦੇ ਜ਼ਰੀਏ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਜਨਤਾ ਨੂੰ ਗੁੰਮਰਾਹ ਕਰਨ ਦੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਵੀ ਲਗਾਉਂਦੇ ਰਹੇ। ਗ੍ਰਹਿ ਮੰਤਰਾਲੇ ਦੇ ਮੁਤਾਬਿਕ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੁਪਰੀਮ ਕੋਰਟ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਹਨਾਂ ਵਿਗਿਆਪਨਾਂ ਦੇ ਜ਼ਰੀਏ, ਜਾਂ ਫਿਰ ਜੋ ਹੋਰਡਿੰਗਸ ਲਗਾਏ ਜਾ ਰਹੇ ਨੇ ਉਹ ਸਿੱਧੇ ਤੌਰ ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਨੇ। ਲੇਕਿਨ ਬਾਵਜੂਦ ਇਸਦੇ ਪੋਸਟਰ ਵਾਰ ਚੱਲਦਾ ਰਿਹਾ। ਆਮ ਜਨਤਾ ਦੀ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਸਿਰਫ ਆਪਣੀ ਵਾਹੋਵਾਹੀ ਖੱਟਣ ਦੇ ਲਈ ਵਿਗਿਆਪਨਾਂ ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ, ਲੇਕਿਨ ਇਸ ਗੱਲ ਨੂੰ ਜ਼ਿਹਨ ਦੇ ਵਿੱਚ ਨਹੀਂ ਲਿਆਂਦਾ ਕਿ ਕਰੋੜਾਂ ਰੁਪਏ ਜਨਤਾ ਦੀ ਮਿਹਨਤ ਦੀ ਕਮਾਈ ਹੈ। ਸੋ ਇਹ ਸੀ ਸਾਡੀ ਖਾਸ ਪੇਸ਼ਕਸ਼, ਜਿਸ ਦੇ ਵਿੱਚ ਸਾਲ ਭਰ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਖਾਸੀ ਚਰਚਾ ਦਾ ਵਿਸ਼ਾ ਰਹੇ, ਇਸ ਤੇ ਅਸੀਂ ਨਜ਼ਰ ਪਾਈ। ਫਿਲਹਾਲ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ, ਤੇ ਜਾਂਦੇ ਜਾਂਦੇ ਸਾਡੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਰੱਬ ਅੱਗੇ ਇਹੀ ਦੁਆ ਕਰਾਂਗੇ ਕਿ ਨਵਾਂ ਸਾਲ ਸਭ ਦੇ ਲਈ खुशियां भरिया रहे। फिलहाल दियो इजाजत, धन्यवाद। जब फाइनल टेक होता है ना, ये ठीक है। केजरीवाल नु निशान कि विधानसभा के चुनाव में नहीं इसी रामलीला मैदान से इस देश क्या यार सरकार दे विच वादे च सरकार दे एक बारी ठीक है।